Now let us turn to Luke chapter 24. ਆਓ ਅਸੀਂ ਵੇਖਾਂਗੇ ਲੂਕਾ ਦੀ ਅੰਜੀਲ ਉਸ ਦਾ 24 ਅਧਿਆਇ। Luke chapter 24. ਲੂਕਾ ਦੀ ਅੰਜੀਲ ਉਸ ਦਾ 24 ਅਧਿਆਇ। Let us begin, at 45th verse. ਆਓ ਅਸੀਂ ਉਸ ਦੀ 45 ਆਇਤ ਤੋਂ ਸ਼ੁਰੂ ਕਰਾਂਗੇ। Friends, ਵੇਖੋ ਮਿੱਤਰੋ, there is no use going to the grave of Jesus. ਇੱਥੇ ਯਿਸੂ ਦੀ ਕਬਰ ਤੇ ਜਾਣ ਦਾ ਕੋਈ ਵੀ ਫਾਇਦਾ ਨਹੀਂ ਹੈ। Many people make pilgrimage to the grave of this guru or that prophet. ਬਹੁਤ ਸਾਰੇ ਲੋਕ ਇਸ ਗੁਰੂ ਦੇ ਜਾਂ ਉਸ ਨਬੀ ਦੀ ਕਬਰ ਤੇ ਜਾਣ ਦੇ ਲਈ ਤੀਰਥ ਯਾਤਰਾ ਕਰਦੇ ਹਨ, Because ਕਿਉਂਕਿ Jesus rose again. He did not remain in the grave. ਯਿਸੂ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਸੀ, ਉਹ ਕਬਰ ਦੇ ਵਿੱਚ ਹੀ ਨਹੀਂ ਰਿਹਾ ਸੀ। So, when I went and saw the grave of Jesus many years ago, ਜਦੋਂ ਕਈ ਸਾਲ ਪਹਿਲੇ ਮੈਂ ਗਿਆ ਅਤੇ ਜਾ ਕੇ ਯਿਸੂ ਦੀ ਕਬਰ ਨੂੰ ਵੇਖਿਆ ਸੀ। I am not a great visitor of graves, ਮੈਂ ਕਬਰਾਂ ਤੇ ਜਾਣਾ ਪਸੰਦ ਨਹੀਂ ਕਰਦਾ ਹਾਂ, but ਪਰ the Calvary was very special to me, ਲੇਕਿਨ ਇਹ ਕਲਵਰੀ ਦਾ ਸਥਾਨ ਮੇਰੇ ਲਈ ਬਹੁਤ ਖਾਸ ਸੀ, where Jesus died for my sin. ਜਿੱਥੇ ਯਿਸੂ ਮੇਰੇ ਪਾਪਾਂ ਦੇ ਲਈ ਮਰ ਗਿਆ ਸੀ। The God of very God, ਈਸ਼ਵਰਾਂ ਦਾ ਈਸ਼ਵਰ, becoming a man, ਉਹ ਮਨੁੱਖ ਬਣ ਗਿਆ walking without sin, ਅਤੇ ਪਾਪ ਤੋਂ ਬਿਨਾਂ ਚੱਲਦਾ ਰਿਹਾ। taking my sin upon his sinless body. ਉਸ ਨੇ ਮੇਰੇ ਪਾਪਾਂ ਨੂੰ ਆਪਣੇ ਪਾਪ ਰਹਿਤ ਸਰੀਰ ਤੇ ਚੁੱਕ ਲਿਆ। See, if you read the history of many gurus and prophets, ਜੇਕਰ ਤੁਸੀਂ ਬਹੁਤ ਸਾਰੇ ਗੁਰੂਆਂ ਅਤੇ ਨਬੀਆਂ ਦੇ ਇਤਿਹਾਸ ਨੂੰ ਪੜ੍ਹੋ oh, it's very sad. ਤਾਂ ਇਹ ਬਹੁਤ ਹੀ ਦੁਖਦਾਇਕ ਹਨ। Some of our gurus today are great deceivers. ਸਾਡੇ ਵਿੱਚੋਂ ਸਾਡੇ ਕਈ ਗੁਰੂ ਅੱਜ ਬਹੁਤ ਹੀ ਜ਼ਿਆਦਾ ਧੋਖੇਬਾਜ਼ ਹਨ। And don't let anybody call you a prophet. ਤੁਸੀਂ ਕਿਸੇ ਤੋਂ ਵੀ ਆਪਣੇ ਆਪ ਨੂੰ ਨਬੀ ਨਾ ਅਖਵਾਉਣ ਦਿਓ। We are sinners saved by Jesus. ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਚਾਏ ਗਏ ਪਾਪੀ ਹਾਂ। So when I went to that grave, ਜਦੋਂ ਮੈਂ ਉਸ ਕਬਰ ਤੇ ਗਿਆ, I went inside that grave. ਮੈਂ ਉਸ ਕਬਰ ਦੇ ਅੰਦਰ ਗਿਆ। It was a small cave, a little, which was carved in the rock. ਇਹ ਇੱਕ ਛੋਟੀ ਕਬਰ ਸੀ ਜਿਹੜੀ ਕਿ ਇੱਕ ਚਟਾਨ ਦੇ ਵਿੱਚ ਖੋਦ ਕੇ ਬਣਾਈ ਗਈ ਸੀ। Absolutely nothing was there. ਔਰ ਯਕੀਨਨ ਇੱਥੇ ਕੁਝ ਵੀ ਨਹੀਂ ਸੀ। I knelt down there. ਮੈਂ ਉੱਥੇ ਆਪਣੇ ਗੋਡੇ ਨਿਵਾਏ, My wife, ਮੇਰੀ ਪਤਨੀ ਨੇ ਵੀ। my children were very small at that time. ਮੇਰੇ ਬੱਚੇ ਉਸ ਸਮੇਂ ਬਹੁਤ ਛੋਟੇ ਸਨ। Oh, we all knelt down in that grave ਅਸੀਂ ਸਾਰਿਆਂ ਨੇ ਉਸ ਕਬਰ ਦੇ ਉੱਪਰ ਗੋਡੇ ਨਵਾਏ and we praised God. ਅਤੇ ਅਸੀਂ ਪਰਮੇਸ਼ਵਰ ਦੀ ਵਡਿਆਈ ਕੀਤੀ। Our Savior rose again. ਸਾਡਾ ਮੁਕਤੀਦਾਤਾ ਜੀ ਉੱਠਿਆ ਹੈ। So this is an empty grave. ਇਹ ਇੱਕ ਖਾਲੀ ਕਬਰ ਹੈ। No bones here, nothing here. ਇੱਥੇ ਕੋਈ ਵੀ ਹੱਡੀਆਂ ਜਾਂ ਕੁਝ ਵੀ ਨਹੀਂ ਹੈ। That is the only empty grave in the whole of human history. ਮਨੁੱਖੀ ਇਤਿਹਾਸ ਦੇ ਵਿੱਚ ਸਿਰਫ ਇਹੋ ਹੀ ਇੱਕੋ ਇੱਕ ਕਬਰ ਹੈ ਜਿਹੜੀ ਕਿ ਖਾਲੀ ਪਈ ਹੈ। And the Lord Jesus told his disciples again and again, ਅਤੇ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਵਾਰ-ਵਾਰ ਇਹ ਦੱਸਿਆ ਸੀ, I am going to be delivered into the hands of sinners, ਵੇਖੋ ਮੈਂ ਪਾਪੀਆਂ ਦੇ ਹੱਥ ਹੀ ਫੜਾ ਦਿੱਤਾ ਜਾਵਾਂਗਾ and I am going to suffer many things, ਅਤੇ ਮੈਂ ਬਹੁਤ ਸਾਰੀਆਂ ਗੱਲਾਂ ਦਾ ਦੁੱਖ ਸਹਾਂਗਾ and I will be crucified, ਅਤੇ ਮੈਂ ਸਲੀਬ ਚੜਾ ਦਿੱਤਾ ਜਾਵਾਂਗਾ, but on the third day I will rise again. ਪਰ ਤੀਸਰੇ ਦਿਨ ਮੈਂ ਜਿਉਂਦਾ ਹੋ ਜਾਵਾਂਗਾ। They could not understand it. ਉਹ ਇਸ ਗੱਲ ਨੂੰ ਸਮਝ ਨਹੀਂ ਪਾਏ ਸਨ। You see, death, many people naturally who don't know Jesus think this is the end, this is finished. ਵੇਖੋ ਸੁਭਾਵਿਕ ਤੌਰ ਤੇ ਬਹੁਤ ਸਾਰੇ ਲੋਕ ਜਦੋਂ ਮੌਤ ਆਉਂਦੀ ਹੈ ਤਾਂ ਉਹ ਇਹ ਸੋਚਦੇ ਹਨ ਕਿ ਇਹੋ ਹੀ ਅੰਤ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ। No, when you know the Lord Jesus, ਪਰ ਜਦੋਂ ਤੁਸੀਂ ਪ੍ਰਭੂ ਯਿਸੂ ਨੂੰ ਜਾਣਦੇ when the ਹੋ, Lord Jesus touches your heart, ਜਦੋਂ ਪ੍ਰਭੂ ਯਿਸੂ ਤੁਹਾਡੇ ਦਿਲ ਨੂੰ ਛੂ ਲੈਂਦਾ ਹੈ, you're not afraid of death, ਤੁਸੀਂ ਮੌਤ ਤੋਂ ਡਰਦੇ ਨਹੀਂ ਹੋ, because ਕਿਉਂਕਿ
The Lord Jesus is waiting to receive you. ਪ੍ਰਭੂ ਯਿਸੂ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਕਿ ਤੁਹਾਨੂੰ ਕਬੂਲ ਕਰੇ। So the grave has no power, ਇਸ ਲਈ ਕਬਰ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈ and death has no sting. ਅਤੇ ਮੌਤ ਦਾ ਕੋਈ ਡੰਗ ਨਹੀਂ ਹੈ। My dear people, ਮੇਰੇ ਪਿਆਰੇ ਮਿੱਤਰੋ, this the disciples themselves could not understand. ਇਹ ਚੇਲੇ ਖੁਦ ਨਹੀਂ ਸਮਝ ਸਕੇ ਸਨ। So ਇਸ ਲਈ the Lord Jesus walked with them ਪ੍ਰਭੂ ਯਿਸੂ ਉਹਨਾਂ ਦੇ ਨਾਲ ਚੱਲਿਆ ਸੀ। after rising again, ਜੀ ਉੱਠਣ ਤੋਂ ਬਾਅਦ ਵਿੱਚ rebuked them, ਉਹਨਾਂ ਨੂੰ ਝਿੜਕਿਆ and revealed himself to two of them. ਅਤੇ ਆਪਣੇ ਆਪ ਨੂੰ ਉਹਨਾਂ ਦੇ ਉੱਤੇ ਪ੍ਰਗਟ ਕੀਤਾ And later, ਅਤੇ ਬਾਅਦ ਵਿੱਚ he revealed himself to all of them. ਉਸ ਨੇ ਆਪਣੇ ਆਪ ਨੂੰ ਉਹਨਾਂ ਸਭਨਾਂ ਤੇ ਪ੍ਰਗਟ ਕੀਤਾ। And ਅਤੇ what did he do when he revealed himself? ਜਦੋਂ ਉਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਤਾਂ ਉਸ ਨੇ ਕੀਤਾ ਕੀ? 45th verse, please. 45 ਅਯਤ ਦੇ ਵਿੱਚ ਅਸੀਂ ਵੇਖਦੇ ਹਾਂ, Then opened he their understanding, ਅਤੇ ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ that they might understand the scripture, ਤਾਂ ਜੋ ਉਹ ਪੁਸਤਕਾਂ ਨੂੰ ਸਮਝ ਲੈਣ। and said unto them, ਅਤੇ ਉਹਨਾਂ ਨੂੰ ਆਖਿਆ, Thus it is written, ਇਉਂ ਲਿਖਿਆ ਹੋਇਆ ਹੈ thus it behoved Christ to suffer, ਕਿ ਮਸੀਹ ਦੁੱਖ ਚੱਲੇਗਾ and to rise from the dead the third day, ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇਗਾ, that repentance and remission of sins should be preached in his name among all nations, ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੌਬਾ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਸਾਰੀਆਂ ਕੌਮਾਂ ਦੇ ਵਿੱਚ। Oh, my dear friend, ਮੇਰੇ ਪਿਆਰੇ ਮਿੱਤਰੋ, he opened their understanding. ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ। You know, the Bible says ਬਾਈਬਲ ਇਸ ਤਰ੍ਹਾਂ ਆਖਦੀ ਹੈ, in Psalm 32 and verse 9, ਜ਼ਬੂਰ 32 ਉਸ ਦੀ 9 ਆਇਤ, Be not as the horse and the mule without understanding. ਤੁਸੀਂ ਘੋੜੇ ਅਤੇ ਖੱਚਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ। Do you see this? ਵੇਖੋ, We have no understanding. ਸਾਡੇ ਕੋਲ ਸਮਝ ਨਹੀਂ ਹੈ। How sad. ਕਿੰਨੇ ਦੁੱਖ ਦੀ ਗੱਲ ਹੈ। We make a stone ਅਸੀਂ ਇੱਕ ਪੱਥਰ ਨੂੰ ਲੈਨੇ ਹਾਂ and we chisel it ਅਤੇ ਅਸੀਂ ਉਸ ਨੂੰ ਛੈਣੀ ਨਾਲ ਤਰਾਸ਼ਦੇ ਹਾਂ and give it a big head ਅਤੇ ਉਸ ਨੂੰ ਇੱਕ ਵੱਡਾ ਸਿਰ and ਬਣਾ we ਦਿੰਦੇ say ਹਾਂ this is God. ਅਤੇ ਅਸੀਂ ਆਖਦੇ ਹਾਂ ਕਿ ਇਹ ਇੱਕ ਈਸ਼ਵਰ ਹੈ। How can a stone become a God? ਕਿਵੇਂ ਇੱਕ ਪੱਥਰ ਈਸ਼ਵਰ ਬਣ ਸਕਦਾ ਹੈ? That is why, ਇਸੇ ਕਰਕੇ because we make our own God, ਕਿਉਂਕਿ ਅਸੀਂ ਆਪਣਾ ਈਸ਼ਵਰ ਆਪ ਬਣਾ ਲੈਂਦੇ ਹਾਂ, we have no real fear of the coming judgment. ਸਾਡੇ ਕੋਲ ਆਉਣ ਵਾਲੇ ਨਿਆਂ ਦਾ ਅਸਲੀ ਡਰ ਨਹੀਂ ਹੁੰਦਾ ਹੈ। Open the mouth, lies. ਮੂੰਹ ਖੋਲਾਂਗੇ ਤਾਂ ਝੂਠ ਨਿਕਲਦਾ ਹੈ। Oh, how sad. ਉਹ ਕਿੰਨੇ ਦੁੱਖ ਦੀ ਗੱਲ ਹੈ। Husbands who say that I speak lies in the family, I speak lies to my wife. ਪਤੀ ਜਿਹੜਾ ਆਖਦਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਝੂਠ ਮਾਰਦਾ ਹਾਂ। My dear friend, ਮੇਰੇ ਪਿਆਰੇ ਮਿੱਤਰੋ, let one of my children rise up and say, I spoke a lie. ਮੇਰੇ ਬੱਚਿਆਂ ਵਿੱਚੋਂ ਇੱਕ ਵੀ ਖੜਾ ਹੋ ਕੇ ਕਹਿ ਦਵੇ ਕਿ ਮੈਂ ਝੂਠ ਬੋਲਿਆ। They cannot do it. ਉਹ ਇਸ ਤਰ੍ਹਾਂ ਨਹੀਂ ਆਖ ਸਕਦੇ Because ਕਿਉਂਕਿ from their childhood, ਉਹਨਾਂ ਦੇ ਬਚਪਨ ਤੋਂ ਹੀ they have seen that I have stood for righteousness, ਉਹਨਾਂ ਨੇ ਇਹ ਵੇਖਿਆ ਹੈ ਕਿ ਮੈਂ ਧਾਰਮਿਕਤਾ ਦੇ ਲਈ ਹਮੇਸ਼ਾ ਖੜਾ ਰਿਹਾ ਹਾਂ and no lie would come from my mouth. ਅਤੇ ਮੇਰੇ ਮੂੰਹ ਵਿੱਚੋਂ ਕੋਈ ਵੀ ਝੂਠ ਨਹੀਂ ਨਿਕਲਦਾ ਸੀ। But ਪਰ when we started preaching in this area, Raipuram and all this area, ਜਦੋਂ ਅਸੀਂ ਇਸ ਜਗ੍ਹਾ ਤੇ ਰਾਏਪੁਰਮ ਵਿੱਚ ਅਤੇ ਇਸ ਜਗ੍ਹਾ ਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ what is the first thing we saw? ਤਾਂ ਪਹਿਲੀ ਗੱਲ ਜਿਹੜੀ ਅਸੀਂ ਵੇਖੀ ਉਹ ਕੀ ਸੀ? False balance. ਝੂਠੀਆਂ ਤੱਕੜੀਆਂ। All small vyaparis, businessmen, ਉਹ ਸਾਰੇ ਛੋਟੇ ਛੋਟੇ ਜਿਹੜੇ ਵਪਾਰੀ ਸਨ with false balance. ਉਹ ਝੂਠੀਆਂ ਤੱਕੜੀਆਂ ਰੱਖਦੇ ਸਨ। And what did they do? ਅਤੇ ਉਹ ਕੀ ਕਰਦੇ ਸਨ? They threw away those balances. ਅਤੇ ਉਹਨਾਂ ਨੇ ਉਹ ਝੂਠੀਆਂ ਤੱਕੜੀਆਂ ਸੁੱਟ ਦਿੱਤੀਆਂ And they said, ਅਤੇ ਉਹਨਾਂ ਆਖਿਆ, Sir, ਸਰ, before our business was full of lies. ਇਸ ਤੋਂ ਪਹਿਲਾਂ ਸਾਡਾ ਵਪਾਰ ਪੂਰੀ ਤਰ੍ਹਾਂ ਝੂਠ ਦੇ ਨਾਲ ਭਰਿਆ ਹੋਇਆ ਸੀ। My dear people, ਮੇਰੇ ਪਿਆਰੇ ਮਿੱਤਰੋ,
To find an honest man today has become so difficult. ਅੱਜ ਇੱਕ ਇਮਾਨਦਾਰ ਵਿਅਕਤੀ ਨੂੰ ਲੱਭਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਬਣ ਗਿਆ ਹੈ। To find an honest judge ਇੱਕ ਇਮਾਨਦਾਰ ਨਿਆਈ ਨੂੰ ਜਾਂ ਜੱਜ ਨੂੰ ਲੱਭਣਾ has become so difficult. ਇਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਬਣ ਗਿਆ ਹੈ। I had a friend. ਮੇਰਾ ਇੱਕ ਮਿੱਤਰ ਸੀ, He became the principal judge of Madras. ਉਹ ਮਦਰਾਸ ਦਾ ਇੱਕ ਮੁੱਖ ਜੱਜ ਬਣ ਗਿਆ। But ਪਰ people knew that he would not speak lies ਲੋਕ ਜਾਣਦੇ ਸਨ ਕਿ ਉਹ ਝੂਠ ਨਹੀਂ ਬੋਲੇਗਾ or receive bribes. ਜਾਂ ਫਿਰ ਉਹ ਕਦੇ ਵੀ ਰਿਸ਼ਵਤ ਨਹੀਂ ਲਏਗਾ। When he came to meet me, ਜਦੋਂ ਉਹ ਮੈਨੂੰ ਮਿਲਣ ਦੇ ਲਈ ਆਇਆ, I asked him this question. ਮੈਂ ਉਸ ਨੂੰ ਇਹ ਪ੍ਰਸ਼ਨ ਪੁੱਛਿਆ, Did you put things right with your wife? ਕੀ ਤੂੰ ਆਪਣੀ ਪਤਨੀ ਦੇ ਨਾਲ ਸਭ ਕੁਝ ਸਹੀ ਕਰ ਚੁੱਕਾ ਹੈ? You have lived a bad life. ਤੂੰ ਇੱਕ ਬੁਰਾ ਜੀਵਨ ਬਿਤਾਇਆ ਹੈ। Now did you ask your wife's pardon? ਕੀ ਤੂੰ ਆਪਣੀ ਪਤਨੀ ਤੋਂ ਮਾਫੀ ਮੰਗੀ ਹੈ? What do people say in India? ਲੋਕ ਭਾਰਤ ਦੇ ਵਿੱਚ ਕੀ ਆਖਦੇ ਹਨ? You tell me. ਤੁਸੀਂ ਮੈਨੂੰ ਦੱਸੋ। You know what they say. ਤੁਸੀਂ ਜਾਣਦੇ ਹੋ ਕਿ ਉਹ ਕੀ ਆਖਦੇ ਹਨ? Being born as a man, ਇੱਕ ਆਦਮੀ ਵਜੋਂ ਪੈਦਾ ਹੋਣ ਤੇ why was I born as a man? ਮੈਂ ਇੱਕ ਆਦਮੀ ਦੇ ਵਜੋਂ ਕਿਉਂ ਪੈਦਾ ਹੋਇਆ ਸੀ? To live like this, ਤਾਂ ਕਿ ਇਸ ਤਰ੍ਹਾਂ ਜੀਵਨ ਬਿਤਾ ਸਕਾਂ। in adultery. ਵਿਭਾਚਾਰ ਦੇ ਵਿੱਚ Whichever woman I call must come. ਜਿਸ ਕਿਸੇ ਔਰਤ ਨੂੰ ਮੈਂ ਕਹਾਂ ਉਹ ਆ ਜਾਵੇਗੀ। My dear man, ਮੇਰੇ ਪਿਆਰੇ ਆਦਮੀਓ, you will go to hellfire. ਤੁਸੀਂ ਨਰਕ ਦੇ ਵਿੱਚ ਜਾਓਗੇ। You cannot escape. ਤੁਸੀਂ ਬਚ ਨਹੀਂ ਸਕਦੇ ਹੋ। Yes, a man told me that in this area. ਹਾਂ, ਇੱਕ ਆਦਮੀ ਨੇ ਇਸ ਇਲਾਕੇ ਦੇ ਵਿੱਚ ਮੈਨੂੰ ਦੱਸਿਆ। What did he say? ਉਸਨੇ ਕੀ ਆਖਿਆ? If I called any woman, ਜੇਕਰ ਮੈਂ ਕਿਸੇ ਵੀ ਔਰਤ ਨੂੰ ਸੱਦਾਂ, she must come. ਉਹ ਜ਼ਰੂਰ ਆਵੇਗੀ। I would make sure she came. ਮੈਂ ਇਹ ਯਕੀਨੀ ਬਣਾਵਾਂਗਾ ਕਿ ਉਹ ਮੇਰੇ ਕੋਲ ਆਵੇ। Oh, how sad. ਦੇਖੋ ਕਿੰਨੇ ਦੁੱਖ ਦੀ ਗੱਲ ਹੈ। So you think you're a sex toy? ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਸੈਕਸ ਦਾ ਟੌਏ ਹੋ, ਖਿਡੌਣਾ ਹੋ। I said to this judge, ਮੈਂ ਇਸ ਨਿਆਈ ਨੂੰ ਆਖਿਆ, did you ask your wife's pardon? ਕੀ ਤੂੰ ਆਪਣੀ ਪਤਨੀ ਤੋਂ ਮਾਫੀ ਮੰਗੀ ਹੈ? He said no. ਉਸਨੇ ਆਖਿਆ ਨਹੀਂ। I said you have to ask your wife's pardon. ਮੈਂ ਉਸ ਨੂੰ ਆਖਿਆ ਕਿ ਤੈਨੂੰ ਆਪਣੀ ਪਤਨੀ ਤੋਂ ਮਾਫੀ ਮੰਗਣੀ ਹੋਵੇਗੀ। So when officials came to me, ਜਦੋਂ ਅਧਿਕਾਰੀ ਮੇਰੇ ਕੋਲ ਆਏ, I would ask them, I would find out. ਮੈਂ ਉਹਨਾਂ ਨੂੰ ਪੁੱਛਦਾ ਸੀ, ਮੈਂ ਵੇਖਦਾ ਸੀ। And they would tell me, of course, ਅਤੇ ਉਹ ਮੈਨੂੰ ਦੱਸਦੇ ਸਨ, this is the way we have lived. ਇਸ ਢੰਗ ਨਾਲ ਅਸੀਂ ਜੀਵਨ ਬਿਤਾਇਆ ਹੈ। From woman to woman in uncleanness. ਇੱਕ ਔਰਤ ਤੋਂ ਦੂਜੀ ਔਰਤ ਅਸੀਂ ਅਸ਼ੁੱਧਤਾ ਦੇ ਵਿੱਚ ਜਾਂਦੇ ਰਹੇ ਹਾਂ। My dear people, ਮੇਰੇ ਪਿਆਰੇ ਮਿੱਤਰੋ, Jesus came to destroy the works of the devil. ਪ੍ਰਭੂ ਯਿਸੂ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਲਈ ਆਇਆ The ਸੀ। love of Jesus says, ਪ੍ਰਭੂ ਯਿਸੂ ਦਾ ਪਿਆਰ ਇਹ ਆਖਦਾ ਹੈ, every little one is precious. ਹਰ ਇੱਕ ਛੋਟਾ ਵੀ ਉਸ ਦੀਆਂ ਨਜ਼ਰਾਂ ਵਿੱਚ ਕੀਮਤੀ ਹੈ। And anybody who hinders a little one, ਅਤੇ ਹਰ ਕੋਈ ਜੋ ਛੋਟਿਆਂ ਦੇ ਜੀਵਨ 'ਚ ਰੁਕਾਵਟ ਪਾਉਂਦਾ ਹੈ, Jesus said it's better that a millstone were tied round your neck. ਪ੍ਰਭੂ ਯਿਸੂ ਆਖਦਾ ਹੈ ਕਿ ਚੰਗਾ ਹੁੰਦਾ ਕਿ ਉਸ ਦੇ ਗਲ ਦੇ ਵਿੱਚ ਚੱਕੀ ਦਾ ਪੁੜਾ And ਪਾਉਂਦੇ you were cast into the midst of the sea. ਅਤੇ ਉਸ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਜਾਂਦਾ। Every child is precious. ਹਰ ਇੱਕ ਬੱਚਾ ਕੀਮਤੀ ਹੈ। Every poor man is precious. ਹਰ ਇੱਕ ਗਰੀਬ ਵਿਅਕਤੀ ਵੀ ਕੀਮਤੀ ਹੈ। My dear friend, ਮੇਰੇ ਪਿਆਰੇ ਮਿੱਤਰੋ, caste against caste. ਜਾਤੀ ਦੇ ਵਿਰੁੱਧ ਜਾਤੀ। Oh, in this office only all the officers belong to this caste. ਉਹ ਇਸ ਦਫ਼ਤਰ ਦੇ ਵਿੱਚ ਸਾਰੇ ਅਫਸਰ ਇੱਕ ਹੀ ਜਾਤੀ ਦੇ ਨਾਲ ਸੰਬੰਧ ਰੱਖਦੇ ਹਨ। And all bribe takers. ਅਤੇ ਸਾਰੇ ਹੀ ਰਿਸ਼ਵਤ ਲੈਣ ਵਾਲੇ ਹਨ। They don't like to promote anybody who doesn't belong to their. ਅਤੇ ਜਿਹੜਾ ਉਹਨਾਂ ਦੀ ਜਾਤੀ ਦਾ ਨਹੀਂ ਹੈ, ਉਸ ਕਿਸੇ ਨੂੰ ਵੀ ਉਹ ਤਰੱਕੀ ਨਹੀਂ ਦੇਣਾ ਚਾਹੁੰਦੇ ਹਨ। No, my friend. ਮੇਰੇ ਪਿਆਰੇ ਮਿੱਤਰੋ, When the love of Jesus comes into you, ਜਦੋਂ ਪ੍ਰਭੂ ਯਿਸੂ ਦਾ ਪਿਆਰ ਤੁਹਾਡੇ ਕੋਲ ਆਉਂਦਾ ਹੈ, you will love all nations. ਤੁਸੀਂ ਸਾਰੀਆਂ ਕੌਮਾਂ ਨੂੰ ਪਿਆਰ ਕਰੋਗੇ। So we are sending people to Burma. ਅਸੀਂ ਲੋਕਾਂ ਨੂੰ ਬਰਮਾ ਵਿੱਚ ਭੇਜ We ਰਹੇ ਹਾਂ। are sending people to Nepal. ਅਸੀਂ ਲੋਕਾਂ ਨੂੰ ਨੇਪਾਲ 'ਚ ਭੇਜ ਰਹੇ ਹਾਂ। One of our girls even went to Afghanistan. ਸਾਡੀ ਇੱਕ ਕੁੜੀ ਤਾਂ ਅਫਗਾਨਿਸਤਾਨ ਦੇ ਵਿੱਚ ਵੀ ਗਈ ਸੀ। Some of our people are working in South America in a very poor country. ਸਾਡੇ ਕੁਝ ਲੋਕ ਦੱਖਣੀ ਅਮਰੀਕਾ ਦੇ ਵਿੱਚ ਇੱਕ ਬਹੁਤ ਹੀ ਗਰੀਬ ਜਗ੍ਹਾ ਤੇ ਕੰਮ ਕਰ ਰਹੇ ਹਨ।
What did Jesus say? ਪ੍ਰਭੂ ਯਿਸੂ ਕੀ ਆਖਦਾ ਹੈ That repentance and remission of sins ਕਿ ਤੌਬਾ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ should be preached amongst all people. ਉਹ ਸਾਰੀਆਂ ਕੌਮਾਂ ਦੇ ਵਿੱਚ ਕੀਤਾ ਜਾਵੇਗਾ। Are we doing that? ਕੀ ਅਸੀਂ ਉਹ ਕਰ ਰਹੇ ਹਾਂ? Love your neighbor. ਆਪਣੇ ਗੁਆਂਢੀ ਨੂੰ ਪਿਆਰ ਕਰੋ, Lift up your neighbor. ਆਪਣੇ ਗੁਆਂਢੀ ਨੂੰ ਉੱਚਾ ਚੁੱਕੋ, Show him the way to heaven. ਉਸ ਨੂੰ ਸਵਰਗ ਦਾ ਰਾਹ ਵਿਖਾਓ, Show him the way by which his adultery will leave him. ਉਸ ਨੂੰ ਅਜਿਹਾ ਰਾਹ ਵਿਖਾਓ ਜਿਸ ਦੇ ਵਿੱਚ ਵਿਭਾਚਾਰ ਉਸ ਨੂੰ ਛੱਡ ਜਾਵੇਗਾ। Show him the way by which his mouth will not speak a lie. ਉਸ ਨੂੰ ਅਜਿਹਾ ਰਾਹ ਵਿਖਾਓ ਜਿਸ ਦੇ ਵਿੱਚ ਉਸ ਦਾ ਮੂੰਹ ਝੂਠ ਨਹੀਂ ਬੋਲੇਗਾ। Show him that I died for his sin ਉਸ ਨੂੰ ਵਿਖਾਓ ਕਿ ਮੈਂ ਉਹਨਾਂ ਦੇ ਪਾਪਾਂ ਲਈ ਮਰ ਗਿਆ and that I rose again, ਅਤੇ ਮੈਂ ਜੀ ਉੱਠਿਆ ਸੀ, so that death has no power upon him. ਤਾਂ ਜੋ ਮੌਤ ਦੀ ਉਸ ਦੇ ਉੱਪਰ ਕੋਈ ਵੀ ਸ਼ਕਤੀ Take ਨਾ ਹੋਵੇ। this good news to everybody. ਇਸ ਖੁਸ਼ਖਬਰੀ ਨੂੰ ਹਰ ਇੱਕ ਦੇ ਕੋਲ ਲੈ ਕੇ ਜਾਓ। Today, Indian boys and girls ਅੱਜ ਭਾਰਤੀ ਮੁੰਡੇ ਅਤੇ ਕੁੜੀਆਂ are going everywhere. ਉਹ ਹਰ ਜਗ੍ਹਾ ਜਾ ਰਹੇ ਹਨ, But why? Why are they going? ਪਰ ਉਹ ਕਿਉਂ ਜਾ ਰਹੇ ਹਨ? To take away the fear of death from people? ਤਾਂ ਕਿ ਮੌਤ ਦਾ ਡਰ ਲੋਕਾਂ ਦੇ ਅੰਦਰੋਂ ਕੱਢ ਸਕਣ, To turn people to righteousness? ਕਿ ਲੋਕਾਂ ਨੂੰ ਧਾਰਮਿਕਤਾ ਦੇ ਵੱਲ ਮੋੜ ਸਕਣ। No, no, no. ਨਹੀਂ ਨਹੀਂ ਨਹੀਂ, Dollar, dollar, dollar. ਉਹ ਡਾਲਰ ਦੇ ਪਿੱਛੇ ਭੱਜ ਰਹੇ ਹਨ। Call center, dollar. ਕਾਲ ਸੈਂਟਰ ਦੇ ਵਿੱਚ ਡਾਲਰ Has become India's God. ਡਾਲਰ ਹੀ ਇਹਨਾਂ ਦਾ ਈਸ਼ਵਰ ਬਣ ਗਿਆ ਹੈ। Till now it was rupee. ਹੁਣ ਤੱਕ ਤਾਂ ਰੁਪਇਆ ਸੀ, But now the dollar has become India's God. ਪਰ ਹੁਣ ਭਾਰਤ ਦਾ ਈਸ਼ਵਰ ਜਿਹੜਾ ਹੈ ਉਹ ਡਾਲਰ ਬਣ Delhi ਗਿਆ ਹੈ। wants dollars. ਕੀ ਤੁਸੀਂ ਡਾਲਰ ਚਾਹੁੰਦੇ ਹੋ? Our boys and girls want jobs that are dollar based. ਸਾਡੇ ਮੁੰਡੇ ਅਤੇ ਕੁੜੀਆਂ ਅਜਿਹੀਆਂ ਨੌਕਰੀਆਂ ਲੱਭਦੇ ਹਨ ਜਿਨ੍ਹਾਂ ਦੇ ਵਿੱਚ ਡਾਲਰ ਮਿਲਣ। My dear friends, ਮੇਰੇ ਪਿਆਰੇ ਮਿੱਤਰੋ, no man can serve two masters. ਕੋਈ ਵੀ ਮਨੁੱਖ ਦੋ ਸਵਾਮੀਆਂ ਦੀ ਸੇਵਾ ਨਹੀਂ ਕਰ ਸਕਦਾ ਹੈ। Either you will love the one and hate the other. ਜਾਂ ਤਾਂ ਇੱਕ ਨੂੰ ਪਿਆਰ ਕਰੇਗਾ ਤੇ ਦੂਜੇ ਨੂੰ ਵੈਰ ਕਰੇਗਾ। Suppose I am doing this work to gather some money. ਮੰਨ ਲਓ ਮੈਂ ਇਹ ਕੰਮ ਕੁਝ ਪੈਸਾ ਇਕੱਠਾ ਕਰਨ ਦੇ ਲਈ ਕਰ ਰਿਹਾ ਹਾਂ। I deserve then the worst fire of hell. ਮੈਂ ਇਸ ਦੇ ਲਈ ਨਰਕ ਦੀ ਸਭ ਤੋਂ ਪੈੜੀ ਅੱਗ ਦਾ ਹੱਕਦਾਰ ਹੋ ਜਾਂਦਾ ਹਾਂ। What is important? ਮਹੱਤਵਪੂਰਨ ਕੀ ਹੈ? The money in your wallet ਤੁਹਾਡੀ ਜੇਬ ਦੇ ਵਿੱਚ ਪੈਸਾ or the soul in you? ਜਾਂ ਫਿਰ ਤੁਹਾਡੇ ਅੰਦਰ ਜਿਹੜਾ ਪ੍ਰਾਣ ਹੈ, ਆਤਮਾ ਹੈ। What is important? ਮਹੱਤਵਪੂਰਨ ਕੀ ਹੈ? Your soul ਤੁਹਾਡੀ ਆਤਮਾ or your money? ਜਾਂ ਤੁਹਾਡਾ ਪੈਸਾ? You want me to preach to you nicely and entertain you? ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਵਧੀਆ ਪ੍ਰਚਾਰ ਕਰਾਂ ਤੇ ਤੁਹਾਡਾ ਮਨੋਰੰਜਨ When ਕਰਾਂ, your soul is going to hellfire? ਅਤੇ ਜਦੋਂ ਤੁਹਾਡੀ ਆਤਮਾ ਨਰਕ ਵਿੱਚ ਜਾ ਰਹੀ ਹੈ? No, my friend. ਨਹੀਂ ਮੇਰੇ ਪਿਆਰੇ ਮਿੱਤਰ, I don't want to deceive you and I don't want to go to hellfire. ਮੈਂ ਤੁਹਾਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਹਾਂ ਤੇ ਮੈਂ ਨਹੀਂ ਚਾਹੁੰਦਾ ਤੁਸੀਂ ਨਰਕ 'ਚ You ਜਾਓ। are important. ਤੁਸੀਂ ਮਹੱਤਵਪੂਰਨ ਹੋ। You may be the poorest man in Madras, ਹੋ ਸਕਦਾ ਹੈ ਮਦਰਾਸ 'ਚ ਤੁਸੀਂ ਸਭ ਤੋਂ ਗਰੀਬ but ਵਿਅਕਤੀ your ਹੋ, soul is important. ਲੇਕਿਨ ਤੁਹਾਡਾ ਆਤਮਾ ਮਹੱਤਵਪੂਰਨ ਹੈ। And God wants to make you one who brings this good news to many people. ਅਤੇ ਪਰਮੇਸ਼ਵਰ ਤੁਹਾਨੂੰ ਉਹ ਵਿਅਕਤੀ ਬਣਾਉਣਾ ਚਾਹੁੰਦਾ ਹੈ ਜਿਹੜਾ ਕਈਆਂ ਨੂੰ ਇਹ ਖੁਸ਼ਖਬਰੀ What ਸੁਣਾਵੇ। a blessing you become ਔਰ ਫਿਰ ਕਿੰਨੀ ਵੱਡੀ ਤੁਸੀਂ ਬਰਕਤ ਬਣ ਜਾਂਦੇ when ਹੋ the Lord Jesus touches you. ਅਤੇ ਪ੍ਰਭੂ ਯਿਸੂ ਤੁਹਾਨੂੰ ਛੂਏ। My dear friends, ਮੇਰੇ ਪਿਆਰੇ ਮਿੱਤਰੋ, some of you are students and your exams are over. ਤੁਹਾਡੇ Maybe. ਵਿੱਚੋਂ ਕਈ ਵਿਦਿਆਰਥੀ ਹਨ ਅਤੇ ਹੋ ਸਕਦਾ ਹੈ ਕਿ ਤੁਹਾਡੇ ਪੇਪਰ ਖਤਮ ਹੋ ਗਏ ਹਨ। How are you going to use your holiday? ਕਿਵੇਂ ਤੁਸੀਂ ਆਪਣੀਆਂ ਛੁੱਟੀਆਂ ਦਾ ਇਸਤੇਮਾਲ ਕਰੋਗੇ? Talking over cell phones, all kinds of love affairs? ਫੋਨ ਦੇ ਉੱਪਰ ਪਿਆਰ ਭਰੀਆਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੋਗੇ? Or are you going to seek God? ਜਾਂ ਫਿਰ ਤੁਸੀਂ ਪਰਮੇਸ਼ਵਰ ਨੂੰ ਭਾਲੋਗੇ? Lord, I want you to touch me. ਪ੍ਰਭੂ ਮੈਂ ਚਾਹੁੰਦਾ ਹਾਂ ਤੁਸੀਂ ਮੈਨੂੰ ਛੂ ਲਵੋ। I want your peace. ਮੈਨੂੰ ਤੁਹਾਡੀ ਸ਼ਾਂਤੀ ਚਾਹੀਦੀ ਹੈ। I want this forgiveness of sin. ਮੈਨੂੰ ਇਹ ਪਾਪਾਂ ਦੀ ਮਾਫੀ ਚਾਹੀਦੀ ਹੈ। I have wasted so many years. ਮੈਂ ਬਹੁਤ ਸਾਰੇ ਸਾਲ ਬਰਬਾਦ ਕਰ ਦਿੱਤੇ I ਹਨ। have ruined my own family. ਮੈਂ ਆਪਣੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ। Forgive me. ਮੈਨੂੰ ਮਾਫ ਕਰੋ। God wants to forgive you. ਪਰਮੇਸ਼ਵਰ ਤੁਹਾਨੂੰ ਮਾਫ ਕਰਨਾ ਚਾਹੁੰਦਾ God ਹੈ। wants to make you a blessing. ਪਰਮੇਸ਼ਵਰ ਤੁਹਾਨੂੰ ਇੱਕ ਬਰਕਤ ਬਣਾਉਣਾ ਚਾਹੁੰਦਾ ਹੈ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Let us tell God, ਆਓ ਅਸੀਂ ਪਰਮੇਸ਼ਵਰ ਨੂੰ ਆਖੀਏ, Lord, ਪ੍ਰਭੂ
You want to touch me and make me a blessing? ਤੁਸੀਂ ਮੈਨੂੰ ਇੱਕ ਬਰਕਤ ਬਣਾਉਣਾ ਚਾਹੁੰਦੇ ਹੋ ਔਰ ਛੂਹਣਾ ਚਾਹੁੰਦੇ ਹੋ। I am only a curse. Wherever I go, there is fighting. ਜਿੱਥੇ ਕਿਤੇ ਵੀ ਮੈਂ ਜਾਣਾ ਹਾਂ ਉੱਥੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। Wherever I go, I steal and speak lies. ਜਿੱਥੇ ਕਿਤੇ ਵੀ ਮੈਂ ਜਾਣਾ ਹਾਂ ਮੈਂ ਝੂਠ ਬੋਲਦਾ ਹਾਂ, ਚੋਰੀ My ਕਰਦਾ ਹਾਂ। eyes have no rest. ਮੇਰੀਆਂ ਅੱਖੀਆਂ ਆਰਾਮ ਨਹੀਂ ਕਰਦੀਆਂ ਹਨ। They are full of uncleanness. ਉਹ ਅਸ਼ੁੱਧਤਾ ਦੇ ਨਾਲ ਭਰੀਆਂ ਹੋਈਆਂ Oh ਹਨ। God, ਹੇ ਪਰਮੇਸ਼ਵਰ, forgive me. ਮੈਨੂੰ ਮਾਫ ਕਰੋ। Bollywood is in my heart. ਬਾਲੀਵੁੱਡ ਮੇਰੇ ਦਿਲ 'ਚ ਵਸਿਆ ਹੋਇਆ ਹੈ। Adultery is in my heart. ਵਿਭਾਚਾਰ ਮੇਰੇ ਦਿਲ ਦੇ ਵਿੱਚ ਭਰਿਆ ਹੈ। Forgive me, Lord. ਪ੍ਰਭੂ ਮੈਨੂੰ ਮਾਫ ਕਰੋ। Oh, forgive my sins, Lord. ਪ੍ਰਭੂ ਮੇਰੇ ਪਾਪਾਂ ਨੂੰ ਮਾਫ ਕਰੋ। You died to give me this remission of sin. ਤੁਸੀਂ ਮੈਨੂੰ ਇਹ ਪਾਪਾਂ ਦੀ ਮਾਫੀ ਦੇਣ ਲਈ ਮਰ ਗਏ ਸੀ। Oh, Lord Jesus, ਹੇ ਪ੍ਰਭੂ ਯਿਸੂ, touch me now ਮੈਨੂੰ ਛੂ ਲਵੋ and give me a new heart. ਅਤੇ ਮੈਨੂੰ ਇੱਕ ਨਵਾਂ ਦਿਲ ਦਿਓ। Wash me from my sin. ਮੈਨੂੰ ਮੇਰੇ ਪਾਪਾਂ ਤੋਂ ਧੋ ਦਿਓ। God loves you, my dear man. ਹੇ ਪੁਰਖੋ, ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ My ਹੈ। dear boy, my dear girl. ਜਿੰਨੇ ਵੀ ਮੁੰਡੇ ਕੁੜੀਆਂ ਨੇ, ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ। God, Jesus loves you. ਪ੍ਰਭੂ ਯਿਸੂ ਤੁਹਾਨੂੰ ਪਿਆਰ ਕਰਦਾ ਹੈ। He died for you. ਉਹ ਤੁਹਾਡੇ ਲਈ ਮਰ ਗਿਆ ਸੀ। Tell him now, ਉਸ ਨੂੰ ਹੁਣੇ ਆਖ ਦਿਓ, Lord, forgive me. ਪ੍ਰਭੂ ਮੈਨੂੰ ਮਾਫ ਕਰ। Give me your peace. ਮੈਨੂੰ ਆਪਣੀ ਸ਼ਾਂਤੀ ਦੇ ਦੇ। Give me this new life. ਮੈਨੂੰ ਇਹ ਨਵਾਂ ਜੀਵਨ ਦੇ ਦੇ। Dear Lord, ਪਿਆਰੇ ਪ੍ਰਭੂ, bless these dear people. ਇਹਨਾਂ ਪਿਆਰੇ ਲੋਕਾਂ ਨੂੰ ਬਰਕਤ ਦੇ। Bless these dear people ਇਹਨਾਂ ਪਿਆਰੇ ਲੋਕਾਂ ਨੂੰ ਬਰਕਤ with ਦੇ your great salvation. ਆਪਣੀ ਵੱਡੀ ਮੁਕਤੀ ਦੇ ਨਾਲ। We ask in Jesus' holy name. ਯਿਸੂ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ। Amen. ਆਮੀਨ।